ਹੈਲੋ एवरीवन। ਅੱਜ ਬੱਚੇ ਸਾਡੀ ਸੈਕਿੰਡ ਵੀਡੀਓ ਬਣ ਰਹੀ ਹੈ ਲਿਮਿਟ ਐਂਡ ਕੰਟੀਨਿਊਟੀ ਤੇ। ਇਸ ਤੋਂ ਫਸਟ ਪਾਰਟ ਦੇ ਵਿੱਚ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਲਿਮਿਟ ਦਾ ਜਿਹੜਾ ਕਨਸੈਪਟ ਆ ਉਹਦੇ ਨਾਲ ਅਸੀਂ ਕਿਵੇਂ ਈਜ਼ੀ ਵੇ ਦੇ ਵਿੱਚ ਐਗਜ਼ਾਮਪਲਸ ਨੂੰ ਜਿਹੜੀਆਂ ਸੋਲਵ ਕਰ ਸਕਦੇ ਹਾਂ ਬਾਏ ਅਪਲਾਈਂਗ ਰੂਲ। ਅਸੀਂ ਨੀਅਰ ਅਬਾਊਟ 4 ਰੂਲਸ ਨੇ ਜਿਹੜੇ ਉਹ ਡਿਸਕਸ ਕੀਤੇ ਸੀਗੇ ਕਿ ਜਿਸ ਤਰ੍ਹਾਂ ਦਾ ਸਟਰਕਚਰ ਹੋਏਗਾ ਬਸ ਅਸੀਂ ਉਹ ਜਿਹਾ ਉਹਦੇ ਉੱਤੇ ਫਾਰਮੂਲਾ ਜਿਹੜਾ ਉਹ ਅਪਲਾਈ ਕਰ ਦੇਣਾ ਹੋਏਗਾ। ਅੱਜ ਥੋੜ੍ਹਾ ਜਿਹਾ ਬੱਚੇ ਅਸੀਂ ਡਿਫਰੈਂਟ ਕੰਸੈਪਟ ਲੈ ਕੇ ਚੱਲਦੇ ਹਾਂ। ਕਹਿੰਦੇ ਸਾਡੇ ਕੋਲ ਇੱਥੇ ਕੋਈ ਬੇਸਿਕ ਸਾਨੂੰ ਫਾਰਮੂਲਾ ਗਿਵਨ ਨਹੀਂ ਹੋਏਗਾ, ਕੋਈ ਸਟਰਕਚਰ ਗਿਵਨ ਨਹੀਂ ਹੋਏਗਾ, ਬਸ ਇੱਕ ਨਿਊਮੈਰੀਕਲ ਦੇਤਾ, ਕਿਹਾ ਗਿਆ ਕਿ ਇਹਦੀ ਲਿਮਿਟ ਫਾਈਂਡ ਕਰੋ। ਬੱਚੇ ਹੁਣ ਅਸੀਂ ਨੇ ਜਦੋਂ ਇਹ ਲਿਮਿਟਸ ਵਗੈਰਾ ਦਾ ਸੋਲਵ ਕਰਨੀਆਂ ਨੇ ਤਾਂ ਕੁਛ ਚੀਜ਼ਾਂ ਅਸੀਂ ਨੇ ਆਪਣੇ ਵੱਲੋਂ ਓਬਜ਼ਰਵ ਕਰਕੇ ਅਸੀਂ ਇਹ ਬਣਾ ਸਕਦੇ ਹਾਂ ਕਿ ਹਾਂਜੀ ਇਹ ਸਾਡੇ ਲਈ ਇੱਕ ਇਹ ਕਹਿ ਲਓ ਰਿਮੈਂਬਰ ਕਰਨ ਦਾ ਵਧੀਆ ਵੀ ਅਸੀਂ ਇਹ ਚੀਜ਼ ਯਾਦ ਰੱਖਾਂਗੇ ਇੱਥੇ ਇਹੋ ਜਿਹਾ ਹੀ ਮੈਥਡ ਸਾਡੇ ਕੋਲ ਅਪਲਾਈ ਹੋਏਗਾ। ਜਿਵੇਂ ਹੁਣ ਤੁਹਾਨੂੰ ਸਾਡਾ 5th ਰੂਲ ਆ, 5th ਰੂਲ ਵਿੱਚ ਕੋਈ ਇਹ ਨਹੀਂ ਹੈਗਾ ਵੀ ਹਮੇਸ਼ਾ ਹੀ ਅਪਲਾਈ ਹੋਏਗਾ। ਦੇਖੋ ਜੇ ਅਸੀਂ ਸਿੰਪਲ ਸਟਰਕਚਰ ਦੀ ਗੱਲ ਕਰੀਏ, ਜੇ ਸਾਡੇ ਕੋਲ ਅੰਡਰ ਰੂਟ ਦੇ ਵਿੱਚ ਕੋਈ ਟਰਮ ਆ ਜਾਵੇ, ਜੇ ਅੰਡਰ ਰੂਟ ਦੇ ਵਿੱਚ ਕੋਈ ਟਰਮ ਪਈ ਆ ਤਾਂ ਉੱਥੇ ਅਸੀਂ ਇਹੋ ਜਿਹਾ ਹੀ ਮੈਥਡ, ਇਹੀ ਮੈਥਡ ਕਹਿ ਲਓ ਕਿ ਅਸੀਂ ਮੋਸਟ ਆਫ ਦੀ ਟਾਈਮਸ ਯੂਜ਼ ਕਰਦੇ ਹਾਂ। ਲਿਮਿਟ ਫਾਈਂਡ ਕਰਨੀ ਹੈ ਵਿੱਚ ਐਗਜ਼ਾਮਪਲ ਦੇ ਥਰੂ ਹੀ ਸਮਝਾਂਗੇ ਕਿ ਕਿਵੇਂ ਇਹ ਸੋਲਵ ਕਰੀਦਾ ਹੁੰਦਾ। ਇਹਦੇ ਵਿੱਚ ਚਾਂਸਿਸ ਵੀ ਬਹੁਤ ਹੁੰਦੇ ਆ। ਇੰਪੋਰਟੈਂਟ ਵਾਲਾ ਇੱਕ ਕਨਸੈਪਟ ਹੋ ਜਾਂਦਾ ਜਿੱਥੇ ਵੀ ਸਾਡੇ ਕੋਲ ਅੰਡਰ ਰੂਟ ਦੇ ਵਿੱਚ ਕੋਈ ਟਰਮ ਆ ਜਾਵੇ। ਦੇਖੋ ਐਗਜ਼ਾਮਪਲ ਕੀ ਆ, ਫਾਈਂਡ ਦੀ ਲਿਮਿਟ x ਅਪਰੋਚਿਸ ਟੂ 0, x 0 ਨੂੰ ਅਪਰੋਚ ਕਰ ਰਹੀ ਹੈ ਕਿਹਦੀ 1 + 2x - 1 - 2x ਅਪੋਨ x। ਕਹਿੰਦੇ ਇਹਦੀ ਵੈਲਿਊ ਆ ਜਿਹੜੀ ਉਹ ਫਾਈਂਡ ਆਊਟ ਕਰਨੀ ਹੈ। ਜਦੋਂ ਇਹਨੂੰ ਦੇਖਿਆ ਬੱਚੇ ਉੱਪਰ ਅੰਡਰ ਰੂਟ ਪਿਆ, ਪਹਿਲਾਂ ਅਸੀਂ ਸਿੱਧਾ ਕੰਸੈਪਟ ਲਾਵਾਂਗੇ ਕਿ ਅਸੀਂ 0 ਸਬਸਟੀਟਿਊਟ ਕਰ ਦਿਓ, ਜਿੱਥੇ ਹੈਗੀ ਆ x ਉੱਥੇ 0 ਸਬਸਟੀਟਿਊਟ ਕਰ ਦਿਓ। ਜਦੋਂ ਅਸੀਂ 0 ਸਬਸਟੀਟਿਊਟ ਕਰਾਂਗੇ ਬੱਚੇ ਇਹ ਕੀ ਬਣ ਜਾਏਗਾ 1 + 2 × 0 0 -1 - 2 × 0 0 ਅਪੋਨ x ਦਾ ਮਤਲਬ ਸਾਡੇ ਕੋਲ ਕੀ ਹੋਇਆ ਅਗੇਨ 0। ਬੱਚੇ ਉੱਪਰ ਕੁਛ ਵੀ ਹੋਵੇ ਜਦੋਂ ਸਾਡੇ ਕੋਲ ਡਿਨੋਮੀਨੇਟਰ ਦੇ ਵਿੱਚ 0 ਆ ਜਾਂਦਾ, ਨੀਚੇ 0 ਆ ਜਾਂਦਾ, ਉੱਥੇ ਹੀ ਸਾਡਾ ਲਿਮਿਟ ਦਾ ਕੰਸੈਪਟ ਆ ਜਿਹੜਾ ਉਹ ਕਹਿ ਦਿੰਦਾ ਨਹੀਂ ਬਈ ਰੁਕ ਜਾਓ, ਅਸੀਂ ਇੱਥੇ ਡਿਨੋਮੀਨੇਟਰ 'ਚ 0 ਨਹੀਂ ਬਣਾ ਸਕਦੇ, ਸਾਨੂੰ ਕੋਈ ਇਹਨੂੰ ਹੋਰ ਮੈਥਡ ਦੇ ਨਾਲ, ਕੋਈ ਹੋਰ ਸਟਰਕਚਰ ਦੇ ਨਾਲ ਸੋਲਵ ਕਰਨਾ ਪਊਗਾ ਕਿਉਂਕਿ ਡਿਨੋਮੀਨੇਟਰ 'ਚ ਤਾਂ ਲਿਮਿਟ ਅਸੀਂ 0 ਨਹੀਂ ਬਣਾ ਸਕਦੇ। ਬਟ ਜੇ ਫੰਕਸ਼ਨ ਹੁੰਦਾ ਬੱਚੇ, ਫੰਕਸ਼ਨ ਦੇ ਵਿੱਚ ਕੋਈ ਸਾਡੇ ਕੋਲ ਚੁਆਇਸ ਹੀ ਨਹੀਂ ਸੀ ਹੋਣੀ ਤਾਂ ਅਸੀਂ ਆਨਸਰ ਕਰ ਦੇਣਾ ਸੀ। ਬਟ ਲਿਮਿਟ ਕੀ ਕਹਿੰਦੇ, ਕਹਿੰਦੇ ਨਹੀਂ ਅਸੀਂ ਇਹਨੂੰ ਸੋਲਵ ਕਰ ਸਕਦੇ ਹਾਂ। ਤਾਂ ਅੱਗੇ ਕੀ ਕੀਤਾ ਬੱਚੇ, ਕਹਿੰਦੇ ਜਦੋਂ ਸਾਡੇ ਕੋਲ ਹੁਣ ਡਿਨੋਮੀਨੇਟਰ 'ਚ ਤਾਂ 0 ਬਣਦਾ, ਅੱਗੇ ਦੇਖਿਆ ਜਿਹੜੇ ਅਸੀਂ ਫਾਰਮੂਲੇ ਹੁਣ ਤੱਕ 4 ਫਾਰਮੂਲੇ ਕੀਤੇ ਉਹਨਾਂ ਦੇ ਵਿੱਚੋਂ ਕਿਸੇ ਨਾਲ ਵੀ ਇਹਦਾ ਸਟਰਕਚਰ ਹੈ ਜਿਹੜਾ ਉਹ ਮੈਚ ਨਹੀਂ ਹੋ ਰਿਹਾ ਕਿਉਂਕਿ ਅਜੇ ਤੱਕ ਅਸੀਂ ਕੋਈ ਫਾਰਮੂਲਾ ਨਹੀਂ ਕੀਤਾ ਜਿਸ 'ਚ ਅੰਡਰ ਰੂਟ ਪੜਿਆ ਹੋਵੇ। ਤਾਂ ਹੁਣ ਅਸੀਂ ਕੀ ਕਰਾਂਗੇ, ਕਹਿੰਦੇ ਬੱਚੇ ਇਹ ਕੰਸੈਪਟ ਨੂੰ ਸਭ ਤੋਂ ਇਹਦੇ ਵਿੱਚ ਇੱਕ ਰੈਸ਼ਨਲਾਈਜ਼ ਇੰਟਰੋਡਿਊਸ ਕਰਾਂਗੇ। ਰੈਸ਼ਨਲਾਈਜ਼ ਕੀ ਹੁੰਦਾ, ਕਹਿੰਦੇ ਜਦੋਂ ਸਾਡੇ ਕੋਲ ਇਸ ਤਰ੍ਹਾਂ ਦਾ ਬੱਚੇ ਅੰਡਰ ਰੂਟ 'ਚ ਟਰਮ ਆ ਜਾਂਦੀਆਂ ਨੇ ਤਾਂ ਅਸੀਂ ਸਕੁਏਅਰ ਰੂਟ ਨੂੰ ਖਤਮ ਕਰਨਾ ਹੁੰਦਾ। ਸਕੁਏਅਰ ਰੂਟ ਦੇ ਵਿੱਚ ਕੋਈ ਟਰਮ ਆ ਜਾਣ ਤਾਂ ਉਹਨਾਂ ਨੂੰ ਅਸੀਂ ਨੇ ਖਤਮ ਕਰਨਾ ਹੁੰਦਾ। ਖਤਮ ਕਦੋਂ ਹੁੰਦੀਆਂ ਨੇ, ਜਦੋਂ ਦੀ ਸਕੁਏਅਰਿੰਗ ਹੋਵੇ ਕਿਉਂਕਿ ਸਕੁਏਅਰ ਨਾਲ ਹੀ ਸਕੁਏਅਰ ਰੂਟ ਆ ਜਿਹੜਾ ਉਹ ਕੈਂਸਲ ਹੋ ਸਕਦਾ। ਤਾਂ ਅਸੀਂ ਕੀ ਕਰਦੇ ਹਾਂ ਇਹਨੂੰ ਰੈਸ਼ਨਲਾਈਜ਼ ਕੀ ਹੁੰਦਾ ਬੱਚੇ, ਕਹਿੰਦੇ ਜੋ ਵੀ ਸਾਡੇ ਕੋਲ ਅੰਡਰ ਰੂਟ ਦੇ ਵਿੱਚ ਜਾਂ ਸਕੁਏਅਰ ਰੂਟ ਦੇ ਵਿੱਚ ਜੋ ਟਰਮ ਪਈ ਆ ਉਹਦੇ ਵਿੱਚ ਜੋ ਸਿੰਬਲ ਆ ਉਹ ਤੋਂ ਆਪੋਜ਼ਿਟ ਸਿੰਬਲ ਲੈ ਕੇ, ਟਰਮਸ ਉਹੀ ਰਹਿਣਗੀਆਂ ਜਿਵੇਂ ਆਹ ਫਸਟ ਟਰਮ ਆ, ਸੈਕਿੰਡ ਟਰਮ ਆ, ਸੇਮ ਟਰਮ ਲੈਣੀ ਆ ਬਟ ਇਹਦੇ ਵਿੱਚ ਜਿਹੜਾ ਸੈਂਟਰ 'ਚ ਸਾਡੇ ਕੋਲ ਸਿੰਬਲ ਹੁੰਦਾ ਇਹ ਤੋਂ ਆਪੋਜ਼ਿਟ ਸਿੰਬਲ ਲੈ ਕੇ ਉਹੀ ਟਰਮ ਨਾਲ ਮਲਟੀਪਲਾਈ ਅਤੇ ਡਿਵਾਈਡ ਕਰਨਾ ਹੁੰਦਾ। ਦੇਖੋ ਉਰੇ ਮਾਈਨਸ ਸੀਗਾ ਅਪੋਨ x, ਇਹ ਸਾਡਾ ਸਟੇਟਮੈਂਟ ਸੀ। ਕਹਿੰਦੇ ਇਸ ਸਟੇਟਮੈਂਟ ਦੀ ਅਸੀਂ ਮਲਟੀਪਲਾਈ ਕਰ ਦੇਣੀ ਆ ਕਿਹਦੇ ਨਾਲ, ਸੇਮ ਹੀ ਸਟੇਟਮੈਂਟ ਲੈ ਕੇ 1 + 2x ਦਾ ਸਕੁਏਅਰ ਰੂਟ ਮਾਈਨਸ ਦੀ ਥਾਂ 'ਤੇ ਪਲੱਸ ਲੈ ਲੈਣਾ, 1 + -2x ਅਪੋਨ ਨੀਚੇ ਵੀ ਸੇਮ ਉਹੀ ਬੱਚੇ ਕਿਉਂਕਿ ਅਸੀਂ ਜਦੋਂ ਕਿਸੇ ਟਰਮ ਨਾਲ ਮਲਟੀਪਲਾਈ ਕਰ ਰਹੇ ਹਾਂ ਤਾਂ ਡਿਵਾਈਡ ਵੀ ਕਰਨਾ ਪਏਗਾ ਕਿਉਂਕਿ ਅਸੀਂ ਸਟੇਟਮੈਂਟ ਚੇਂਜ ਨਹੀਂ ਕਰ ਸਕਦੇ। ਅਸੀਂ ਇਹ ਸਟੈਪ ਅਪਲਾਈ ਕੀਤਾ ਬੱਚੇ। ਦੇਖੋ ਉੱਪਰ ਇਹਨੂੰ ਐਂ ਪੜ੍ਹਿਓ ਕਿ ਸਾਰਾ ਇਕੱਠਾ ਹੀ ਚੱਲ ਰਿਹਾ, ਉੱਪਰ ਵਾਲੀ ਸਟੇਟਮੈਂਟ ਨਾਲ ਹੀ ਇਹ ਮਲਟੀਪਲਾਈ ਹੋਇਆ। ਜਦੋਂ ਅਸੀਂ ਦੋ ਫਰੈਕਸ਼ਨਸ ਨੂੰ ਮਲਟੀਪਲਾਈ ਕਰਦੇ ਹੁੰਦੇ ਹਾਂ ਤਾਂ ਉੱਪਰ ਵਾਲੀ ਟਰਮ 'ਚ ਉੱਪਰ ਵਾਲੀ ਮਲਟੀਪਲਾਈ ਹੁੰਦੀ ਹੈ, ਨੀਚੇ ਵਾਲੀ ਦੇ ਵਿੱਚ ਸਿੰਪਲੀ ਨੀਚੇ ਵਾਲੀ ਮਲਟੀਪਲਾਈ ਹੋਏਗੀ। ਦੇਖੋ ਜੇ ਅਸੀਂ ਇਹਨੂੰ ਉੱਪਰ ਵਾਲੀ ਨੂੰ ਮਲਟੀਪਲਾਈ ਕਰਾਂਗੇ, ਉੱਪਰ ਵਾਲੀ ਨੂੰ ਮਲਟੀਪਲਾਈ ਕਰਾਂਗੇ ਤਾਂ ਦੇਖੋ ਕੀ ਆ ਪਿਆ ਇੱਕ ਟਰਮ a -b, a - b, ਅੱਗੇ ਕੀ ਪਿਆ a + b, ਉਹੀ ਟਰਮਸ ਨੇ ਬਟ ਹੁਣ ਸਿੰਬਲ ਕਾਹਦਾ ਪਲੱਸ। ਦੇਖੋ ਸਾਡੇ ਕੋਲ ਕੋਈ ਫਾਰਮੂਲਾ ਨਹੀਂ ਬਣ ਰਿਹਾ a - b a + b, a - b a + b, ਹਾਂਜੀ ਕਿਹਦਾ a² - b²। ਸੋ ਅਗਲੇ ਸਟੈਪ 'ਚ ਕੀ ਅਸੀਂ ਇਹਨੂੰ ਰਿਪਲੇਸ ਕਰ ਸਕਦੇ ਹਾਂ ਕਿਹਦੇ ਨਾਲ, a² - b² ਨਾਲ। ਦੇਖੋ ਬੱਚੇ ਧਿਆਨ ਨਾਲ, ਜੇਕਰ ਸਾਨੂੰ ਇੱਥੋਂ ਨਹੀਂ ਸਟੈਪ ਪਤਾ ਲੱਗਿਆ ਸੀ ਤਾਂ ਅਸੀਂ ਨੋਟ ਕੀਤਾ ਹੋਇਆ ਦੇਖਾਂਗੇ। ਹਾਂਜੀ
देखो जी ਅਸੀਂ ਕੀ ਕੀਤਾ ਪਹਿਲਾਂ ਇਹਦੇ ਨਾਲ ਰੈਸ਼ਨਲਾਈਜ਼ ਕੀਤਾ ਰੈਸ਼ਨਲਾਈਜ਼ ਕਰਨ ਤੋਂ ਬਾਅਦ a ਮਾਈਨਸ b a ਪਲਸ b ਦੋ ਟਰਮਸ ਬਣ ਰਹੀਆਂ ਤੇ ਅਗਲੇ ਸਟੈਪ 'ਚ ਅਸੀਂ ਕੀ ਲਿਖਿਆ a ਸਕੁਅਰ ਮਾਈਨਸ b ਸਕੁਅਰ ਫਾਰਮੂਲਾ ਅਪਲਾਈ ਕੀਤਾ ਕਿਉਂਕਿ a ਸਕੁਅਰ ਮਾਈਨਸ b ਸਕੁਅਰ ਕਿਹਦੇ ਇਕੁਅਲ ਹੁੰਦਾ a ਮਾਈਨਸ b ਐਂਡ a ਪਲਸ b ਦੇ ਇਕੁਅਲ ਹੁੰਦਾ ਨੀਚੇ ਵਾਲੀਆਂ ਟਰਮਸ ਨੂੰ ਅਸੀਂ ਕੁਝ ਨਹੀਂ ਕਰਾਂਗੇ ਵਿੱਚ ਸਿੰਪਲੀ ਮਲਟੀਪਲਾਈ ਦੀ ਫਾਰਮ ਦੇ ਵਿੱਚ ਅਸੀਂ ਨੇ ਲਿਖਤੀਆਂ ਹੁਣ ਦੇਖੋ ਆ ਸਕੇਅਰ ਰੂਟ ਆ ਸਕੇਅਰਿੰਗ ਆ ਕੈਂਸਲ ਹੋ ਜਾਣਗੇ ਸਕੇਅਰ ਰੂਟ ਦੇ ਨਾਲ ਸਕੇਅਰਿੰਗ ਸਾਡਾ ਮੋਟਿਵ ਇਹ ਸੀ ਅਸੀਂ ਤਾਂ ਹੀ ਰੈਸ਼ਨਲਾਈਜ਼ ਕੀਤੇ ਅਸੀਂ ਨੇ ਕੈਂਸਲ ਆਊਟ ਕਰਤਾ ਉਸ ਤੋਂ ਬਾਅਦ ਬਚਿਆ ਕਿ 1 + 2x ਮਾਈਨਸ ਦਾ ਸਿੰਬਲ ਅੰਦਰ ਕੀ ਬਚਿਆ 1 - 2x ਲਿਖਿਆ ਹੁਣ ਦੇਖੋ ਜਦੋਂ ਵੀ ਸਾਡੇ ਕੋਲ ਬ੍ਰੈਕਟ ਤੋਂ ਬਾਹਰ ਮਾਈਨਸ ਦਾ ਸਿੰਬਲ ਹੁੰਦਾ ਤਾਂ ਅੰਦਰ ਵਾਲੇ ਸਿੰਬਲ ਸਾਰੇ ਚੇਂਜ ਹੋ ਜਾਂਦੇ ਨੇ ਕਿਉਂਕਿ ਜਦੋਂ ਅਸੀਂ ਬ੍ਰੈਕਟ ਓਪਨ ਕਰਾਂਗੇ ਬੱਚੇ ਅੰਦਰ ਮਲਟੀਪਲਾਈ ਦੀ ਪ੍ਰੋਡਕਟ ਕਰਾਂਗੇ ਤਾਂ ਸਾਰੇ ਸਿੰਬਲ ਚੇਂਜ ਹੋ ਜਾਣਗੇ ਤਾਂ ਇੱਥੇ ਵੀ ਅਸੀਂ ਸਾਡੇ ਨਾਲ ਕੁਝ ਐਸਾ ਹੀ ਹੋਏਗਾ ਕਹਿੰਦੇ ਜਦੋਂ ਅਸੀਂ ਇਹਦੇ ਅੰਦਰ ਆਹ ਮਾਈਨਸ ਨੂੰ ਅੰਦਰ ਮਲਟੀਪਲਾਈ ਕਰਕੇ ਬ੍ਰੈਕਟ ਖੋਲੀ ਤਾਂ ਇਹਦੇ ਸਿੰਬਲ ਕੀ ਹੋ ਜਾਣਗੇ 1 + 2x ਮਾਈਨਸ 1 ਮਾਈਨਸ ਮਾਈਨਸ ਕੀ ਹੋ ਜਾਏਗਾ ਪਲੱਸ 2x ਨੀਚੇ ਵਾਲੀਆਂ ਟਰਮਸ ਨੂੰ ਅਸੀਂ ਛੇੜ ਨਹੀਂ ਰਹੇ ਬੱਚੇ ਨੂੰ ਐਜ਼ ਇਟ ਇਜ਼ ਹੀ ਅੱਗੇ ਕਰ ਦਾਂਗੇ ਹੁਣ ਆਹ ਪਲੱਸ ਦਾ ਸੀ ਆਹ ਮਾਈਨਸ ਦਾ 1 ਸੇਮ ਟਰਮਸ ਆਪੋਜ਼ਿਟ ਸਿੰਬਲ ਕੈਂਸਲ ਆ ਕੀ ਹੈ ਬੱਚੇ 2x ਆ ਵੀ 2x ਦੋਨੋਂ ਕੀ ਨੇ ਪੋਜ਼ਿਟਿਵ 2x + 2x ਸਾਡੇ ਕੋਲ ਕਿੰਨਾ ਹੋ ਜਾਏਗਾ 4x ਸੋ ਆਪਣੇ ਕੋਲ ਕੀ ਹੋ ਗਿਆ 4x ਉੱਪਰ ਕੀ ਬਣ ਗਿਆ 4x ਨੀਚੇ ਉਹੀ ਟਰਮ देखो 4x आ x ਨਾਲ नीचे वाली x कैंसिल हो जाएगी टर्म की बच जाएगी 4/1 प्लस 2x ਦਾ ਸਕੁਅਰ ਰੂਟ प्लस 1 - 2x ਹੁਣ ਦੇਖੋ ਹੁਣ ਇਹਦੇ ਵਿੱਚ ਅਸੀਂ ਅਪਰੋਚ ਕਰ ਦਿਓ 0 ਨੂੰ x ਨੂੰ 0 ਪੁੱਟ ਕਰ ਦਿਓ ਜਦੋਂ x ਨੂੰ 0 ਪੁੱਟ ਕਰੋਗੇ ਬੱਚੇ ਨੀਚੇ ਕੀ ਬਣੇਗਾ 1 + 0 प्लस 1 + 0 1 - 0 1 + 0 1 1 - 0 भी 1 ਦਾ ਸਕੁਅਰ ਰੂਟ 1 ਤਾਂ ਇਹ ਕੀ ਹੋ ਗਿਆ ਬੱਚੇ 1 + 1 2 ਆ ਗਿਆ ਤਾਂ ਇਸਦਾ ਮਤਲਬ ਆਨਸਰ ਕੀ ਆ ਗਿਆ 4/2 ਕਟਿੰਗ ਕਰਕੇ ਆਨਸਰ ਕਿੰਨਾ ਆ ਗਿਆ 2 ਸੋ ਸਾਨੂੰ ਲਿਮਿਟ ਦਾ ਆਨਸਰ ਕਿੰਨਾ ਮਿਲ ਗਿਆ 2 ਪਰ ਜੇ ਬੱਚੇ ਅਸੀਂ ਡਾਇਰੈਕਟ ਸਬਸਟੀਟਿਊਸ਼ਨ ਕਰਦੇ ਸਾਨੂੰ ਆਨਸਰ ਕੀ ਮਿਲ ਰਿਹਾ ਸੀਗਾ 0 ਮਿਲਿਆ ਸੀ ਸੋ ਅਸੀਂ ਕੀ ਕਰਨਾ ਜਿੱਥੇ ਵੀ ਸਾਨੂੰ ਸਕੁਅਰ ਰੂਟ ਵਾਲੀ ਟਰਮ ਦਿਖ ਜਵੇ ਤਾਂ ਅਸੀਂ ਉਹ ਪਹਿਲਾਂ ਸਟੈਪ ਕੀ ਕਰਨਾ ਉਹਦਾ ਰੈਸ਼ਨਲਾਈਜ਼ ਕਰ ਦੇਣਾ ਰੈਸ਼ਨਲਾਈਜ਼ ਕਿਵੇਂ ਹੁੰਦਾ ਜੋ ਵੀ ਟਰਮ ਦਿੱਤੀ ਹੋਈ ਆ ਉਹਦੇ ਵਿੱਚ ਜੋ ਸੈਂਟਰ ਵਾਲਾ ਸਿੰਬਲ ਆ ਉਹ ਤੋਂ ਆਪੋਜ਼ਿਟ ਸਿੰਬਲ ਲੈ ਕੇ ਉਸ ਟਰਮ ਦੇ ਨਾਲ ਹੀ ਮਲਟੀਪਲਾਈ ਤੇ ਡਿਵਾਈਡ ਕਰ ਦੇਣਾ ਮਲਟੀਪਲਾਈ ਡਿਵਾਈਡ ਕਰਨ ਤੋਂ ਬਾਅਦ ਅਸੀਂ ਦੇਖਾਂਗੇ ਵਿੱਚ ਉੱਥੇ a ਸਕੁਅਰ ਮਾਈਨਸ b ਸਕੁਅਰ ਦਾ ਹੀ ਫਾਰਮੂਲਾ ਬਣੇਗਾ a ਸਕੁਅਰ ਮਾਈਨਸ b ਸਕੁਅਰ ਇਕੁਅਲ ਟੂ a ਮਾਈਨਸ b a ਪਲੱਸ b ਉਹ ਫਾਰਮੂਲਾ ਅਸੀਂ ਨੇ ਅਪਲਾਈ ਕਰ ਦੇਣਾ ਉਸ ਤੋਂ ਬਾਅਦ ਬੱਚੇ ਜੇ ਦੇਖੋਗੇ ਨੀਚੇ ਜੋ ਸਾਨੂੰ ਪ੍ਰੋਬਲਮ ਦੇ ਰਿਹਾ ਹੁੰਦਾ x ਉਹ ਹਮੇਸ਼ਾ ਹੀ ਸਾਡੇ ਕੋਲ ਕੈਂਸਲ ਆਊਟ ਹੋ ਜਾਂਦਾ ਫਿਰ ਉਸ ਤੋਂ ਬਾਅਦ ਅਸੀਂ ਸਿੱਧਾ ਹੀ ਸਬਸਟੀਟਿਊਸ਼ਨ ਕਰ ਦੇਣਾ ਹੁਣ ਇਹੀ ਮੈਥਡ ਦੇ ਨਾਲ ਬੱਚੇ ਤੁਹਾਨੂੰ ਸਮ ਦੇ ਰਹੀ ਹੈ ਇਹ ਟਰਾਈ ਕਰਕੇ ਦੇਖਿਓ ਤੇ ਇਹਦਾ ਆਨਸਰ ਵੀ ਦੱਸ ਦੇਣੀ ਹੈ ਦੇਖਿਓ ਸਾਡੇ ਕੋਲ ਆਨਸਰ ਕੀ ਆਉਂਦਾ ਸਟੇਟਮੈਂਟ ਆ 1 + x माइनस 1 - x स्क्वेयर अपॉन x ਇਹਦਾ ਸਕਰੀਨਸ਼ਾਟ ਲੈ ਲਓ ਬੱਚੋ ਇਹਦਾ ਸਮ ਸੋਲਵ ਕਰਕੇ ਦੇਖਿਓ ਤੁਸੀਂ ਦੇਖੋਗੇ ਕਿ ਇਹਦਾ ਆਨਸਰ ਆਏਗਾ 1/2 ਸੇਮ ਕੰਸੈਪਟ ਲਾਉਣਾ ਪਹਿਲਾਂ ਰੈਸ਼ਨਲਾਈਜ਼ ਕਰਨਾ ਰੈਸ਼ਨਲਾਈਜ਼ ਕਰਨ ਤੋਂ ਬਾਅਦ a ਸਕੁਅਰ ਮਾਈਨਸ b ਸਕੁਅਰ ਦਾ ਫਾਰਮੂਲਾ ਅਪਲਾਈ ਕਰਨਾ ਫਾਰਮੂਲਾ ਅਪਲਾਈ ਕਰਨ ਤੋਂ ਬਾਅਦ ਦੇਖ x ਨੂੰ x ਨਾਲ x ਕੈਂਸਲ ਹੋ ਜਾਏਗੀ ਕਿਸੇ ਪੁਆਇੰਟ ਤੇ ਜਾ ਕੇ ਉਸ ਤੋਂ ਬਾਅਦ ਅਸੀਂ ਨੇ x ਦੀ ਵੈਲਿਊ 0 ਸਬਸਟੀਟਿਊਟ ਕਰ ਦੇਣੀ ਹੈ ਦੇਖਿਓ ਸੋਲਵ ਕਰਕੇ ਬੱਚੇ ਜੇਕਰ ਨਹੀਂ ਸੋਲਵ ਹੋਇਆ ਤਾਂ ਕਮੈਂਟ ਬਾਕਸ 'ਚ ਦੱਸ ਦਿਓ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਹਨੂੰ ਹੀ ਸੋਲਵ ਕਰਾਂਗੇ ਇੱਕ ਐਗਜ਼ਾਮਪਲ ਬੱਚੇ ਹੋਰ ਦੇਖਦੇ ਹਾਂ ਲਿਮਿਟ ਦੇ ਕਨਸੈਪਟ ਨੂੰ ਹੋਰ ਕਲੀਅਰ ਕਰਨ ਦੇ ਲਈ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਲਿਮਿਟ ਕਦੋਂ ਐਗਜ਼ਿਸਟ ਨਹੀਂ ਕਰਦੇ ਹੁੰਦੇ ਕਿਉਂਕਿ ਹੁਣ ਤੱਕ ਤਾਂ ਅਸੀਂ ਇਹੋ ਜਿਹੇ ਸਮ ਕੀਤੇ ਨੇ ਜਿਨ੍ਹਾਂ ਦਾ ਕੋਈ ਫਾਈਨਾਈਟ ਆਨਸਰ ਮਿਲ ਜਾਵੇ ਹੁਣ ਜਦੋਂ ਕੋਈ ਇਹੋ ਜਿਹੇ ਸਮ ਆਉਣਗੇ ਜਿਨ੍ਹਾਂ ਦੇ ਵਿੱਚ ਕੋਈ ਫਾਈਨਾਈਟ ਆਨਸਰ ਨਹੀਂ ਮਿਲਦਾ ਹੋਏਗਾ ਜਾਂ ਲਿਮਿਟ ਐਗਜ਼ਿਸਟ ਕਦੋਂ ਨਹੀਂ ਕਰਦੀ ਹੁੰਦੀ ਇਹ ਕਦੋਂ ਪਤਾ ਲੱਗੂਗਾ ਅੱਗੇ ਬੱਚੇ ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ ਲਿਮਿਟ ਆ x ਅਪਰੋਚਿਸ ਟੂ ਇਨਫਿਨਿਟੀ 3x ਸਕੁਅਰ + 2x + 1 अपॉन 2x ਸਕੁਅਰ + 3x + 1 ਇਹਦੀ ਵੈਲਿਊ ਫਾਈਂਡ ਕਰਨੀ ਹੈ ਦੇਖੋ ਹੁਣ ਕਈ ਸਟੂਡੈਂਟ ਹੋਣਗੇ ਇਹ ਤਾਂ ਜੀ ਬਹੁਤ ਈਜ਼ੀ ਆ ਅਸੀਂ ਸਿੱਧਾ ਹੀ ਕੀ ਕਰ ਦਿਓ ਸਬਸਟੀਟਿਊਸ਼ਨ ਕਿਉਂਕਿ ਉੱਪਰ ਨੀਚੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਹੋਊਗੀ ਦੇਖ ਲੈਂਦੇ ਹਾਂ ਕਿਵੇਂ ਕਰਨਾ ਬੱਚੇ ਜੇ ਹੁਣ ਤੁਸੀਂ ਇੱਥੇ ਸਿੱਧਾ ਇਨਫਿਨਿਟੀ ਭਰੋਗੇ ਇਨਫਿਨਿਟੀ ਦੀ ਪਾਵਰ ਕੁਛ ਵੀ ਕਰੋ ਇਨਫਿਨਿਟੀ ਹੁੰਦਾ ਇਨਫਿਨਿਟੀ ਪਲੱਸ ਇਨਫਿਨਿਟੀ ਕਰੋਗੇ ਤਾਂ ਵੀ ਇਨਫਿਨਿਟੀ ਹੁੰਦਾ ਤਾਂ ਇਹ ਤਾਂ ਪਹਿਲਾਂ ਹੀ ਇਨਫਾਨਾਈਟ ਅਪੋਨ ਇਨਫਾਨਾਈਟ ਫਾਰਮ ਬਣ ਗਈ ਬਟ ਲਿਮਿਟ ਕੀ ਕਹਿੰਦੀ ਆ ਕਹਿੰਦੇ ਨਹੀਂ ਉਦੋਂ ਤੱਕ ਟਰਾਈ ਕਰੋ ਜਦੋਂ ਤੱਕ ਤੁਹਾਨੂੰ ਕੋਈ ਫਾਈਨਾਈਟ ਆਨਸਰ ਮਿਲ ਨਹੀਂ ਸਕਦਾ ਪਰ ਸਾਡੇ ਕੋਲ ਦੋ ਰਿਜ਼ਲਟ ਸਾਨੂੰ ਪਤਾ ਕਿ ਬੱਚੇ 1 ਅਪੋਨ ਇਨਫਿਨਿਟੀ ਹਮੇਸ਼ਾ 0 ਹੁੰਦਾ ਤੇ 1 ਅਪੋਨ 0 ਹਮੇਸ਼ਾ ਸਾਡੇ ਕੋਲ ਕੀ ਹੁੰਦਾ ਇਨਫਿਨਿਟੀ ਹੁੰਦਾ 1 upon 0
ਇਨਫਿਨਿਟੀ ਹੁੰਦਾ, 1 upon ਇਨਫਿਨਿਟੀ ਕਿਹਦੇ ਇਕੁਅਲ ਹੁੰਦਾ, 0 ਦੇ ਇਕੁਅਲ ਹੁੰਦਾ। ਹੁਣ ਇੱਥੇ ਇਨਫਿਨਿਟੀ ਪ੍ਰੋਬਲਮ ਦੇ ਰਿਹਾ, ਸਾਨੂੰ ਸਿੱਧਾ ਇਨਫਿਨਿਟੀ ਨਹੀਂ ਭਰ ਸਕਦੇ, ਤਾਂ ਅਸੀਂ ਕੀ ਕਰਦੇ ਹਾਂ ਬੱਚੇ, ਕੁਝ ਪਹਿਲਾਂ ਤੈਨੂੰ ਐਕਸ ਨੂੰ ਅਪੋਨ ਦੀ ਫਾਰਮ 'ਚ ਬਣਾਉਣ ਦੀ ਟਰਾਈ ਕਰਦੇ ਹਾਂ, ਕੀ ਪਤਾ ਕਿਤੇ 0 ਬਣ ਜਾਵੇ। ਤਾਂ ਸਿੰਪਲੀ ਜੋ ਅਸੀਂ ਸਟੇਟਮੈਂਟ ਲਿਖੀ ਸੀ ਉਹਨੂੰ ਦੁਬਾਰਾ ਰੀਰਾਈਟ ਕਰਦੇ ਹਾਂ ਅਤੇ ਉਹਦੇ ਵਿੱਚ ਦੇਖਦੇ ਹਾਂ ਕੀ ਕੁਛ ਕਾਮਨ ਨਿਕਲ ਸਕਦਾ। ਲਿਮਿਟ ਐਕਸ ਅਪਰੋਚਿਸ ਟੂ ਇਨਫਿਨਿਟੀ 3x² plus 2x plus 1 upon 2x² plus 3x plus 5 ਬੱਚੇ ਇਹੀ ਟਰਮ ਬਣੀ ਸੀਗੀ। ਹੁਣ ਦੇਖੋ ਉੱਪਰੋਂ ਵੀ x² ਕਾਮਨ ਕੱਢ ਲਓ, ਨੀਚੇ ਤੋਂ ਵੀ x² ਕਾਮਨ ਕੱਢ ਲਓ। ਜਦੋਂ ਇਹਦੇ ਵਿੱਚੋਂ x² ਕਾਮਨ ਕੱਢੋਗੇ ਕੀ ਬਣ ਜਾਏਗਾ, 3x ਵਿੱਚ ਹਾਂਜੀ ਇਹ ਬਣ ਜਾਏਗਾ ਸਾਡੇ ਕੋਲ ਬੱਚੇ x² ਕਾਮਨ ਨਿਕਲ ਜਾਏਗਾ ਤਾਂ x² ਬਾਹਰ, ਇਹ ਆ ਜਾਏਗਾ 3 plus 2 upon ਦੇਖੋ 1x ਤੋਂ ਉੱਪਰ ਹੈਗੀ ਆ, 1x ਬਾਹਰ ਚਲੇ ਗਏ, 2 upon x plus ਕੀ ਬਣ ਜਾਏਗਾ 1 upon x²। ਨੀਚੋਂ ਵੀ ਸੇਮ ਪੈਟਰਨ ਬੱਚੇ x² ਕਾਮਨ ਨਿਕਲੀ ਤਾਂ ਅੰਦਰ ਬਚੇਗਾ 2 plus 3 upon x plus 5 upon x ਦੀ ਸਕੇਅਰ। ਮੂਰੇ ਉਵੇਂ ਲਿਖਾਂਗੇ ਲਿਮਿਟ ਐਕਸ ਅਪਰੋਚਿਸ ਟੂ ਇਨਫਿਨਿਟੀ। ਦੇਖੋ x² ਉੱਪਰ ਵੀ ਸੀ ਨੀਚੇ ਵੀ ਸੀ, ਕਾਮਨ ਹੋਣ ਤੋਂ ਬਾਅਦ ਕੈਂਸਲ। ਹੁਣ ਦੇਖੋ x ਨੂੰ ਅਪਰੋਚ ਕਰ ਦਿਓ ਇਨਫਿਨਿਟੀ ਨੂੰ, ਜਦੋਂ ਇਨਫਿਨਿਟੀ ਭਰੋਗੇ 1 upon ਇਨਫਿਨਿਟੀ 0, 1 upon ਇਨਫਿਨਿਟੀ 0, 1 upon ਇਨਫਿਨਿਟੀ 0, 1 upon ਇਨਫਿਨਿਟੀ ਕਿੰਨਾ ਹੋ ਗਿਆ 0। ਤਾਂ ਬਚਿਆ ਕੀ ਬੱਚੇ 3 upon 2। ਆਨਸਰ ਕਿੰਨਾ ਆ ਗਿਆ ਸਾਡਾ 3 upon 2। ਇਹੀ ਸਾਨੂੰ ਚਾਹੀਦਾ ਸੀ ਫਾਈਨਾਈਟ ਆਨਸਰ। ਸੋ ਸਾਨੂੰ ਕੀ ਮਿਲ ਗਿਆ, ਇੱਕ ਫਾਈਨਾਈਟ ਆਨਸਰ ਮਿਲ ਗਿਆ। ਸੋ ਜੇ ਬੱਚੇ ਸਾਡੇ ਕੋਲ ਲਿਮਿਟ ਐਕਸ ਅਪਰੋਚਿਸ ਇਨਫਿਨਿਟੀ ਆਉਂਦੀ ਹੈ ਤਾਂ ਟਰਾਈ ਕਰਾਂਗੇ ਪਹਿਲਾਂ ਐਕਸ ਕਾਮਨ ਕੱਢ ਕੇ ਡਿਨੋਮੀਨੇਟਰ ਨੂੰ ਕੀ ਬਣਾਉਣਾ, 1 upon x ਦੀ ਫਾਰਮ 'ਚ ਬਣਾਉਣਾ, ਤਾਂ ਜੋ ਡਿਨੋਮੀਨੇਟਰ ਦੇ ਵਿੱਚ ਇਨਫਿਨਿਟੀ ਆ ਜਾਵੇ, ਫਿਰ ਉਹਦੀ ਵੈਲਿਊ ਸਾਡੇ ਕੋਲ ਕੀ ਹੋ ਜੂਗੀ, 0 ਹੋ ਜੂਗੀ। ਸੋ ਜਿੱਥੇ ਵੀ ਤੁਹਾਨੂੰ x ਅਪਰੋਚ ਕਰਦੀ ਦਿੰਦੀ ਹੈ ਇਨਫਿਨਿਟੀ ਨੂੰ, ਪਹਿਲਾਂ ਤਾਂ x ਨੂੰ ਕਾਮਨ ਕੱਢ ਲਓ, ਹਾਈਐਸਟ ਪਾਵਰ x ਦੀ ਕਾਮਨ ਕੱਢ ਲਓ, ਤਾਂ ਜੋ ਬੱਚੇ ਸਾਡੇ ਕੋਲ ਜਿਹੜੀ x ਆ ਉਹ ਹਮੇਸ਼ਾ ਹੀ ਅਪੋਨ ਦੀ ਫਾਰਮ 'ਚ ਚਲੀ ਜਾਵੇ। ਉਸ ਤੋਂ ਬਾਅਦ ਅਸੀਂ ਇਨਫਿਨਿਟੀ ਪੁੱਟ ਕਰ ਦਾਂਗੇ, ਫਿਰ ਦੇਖਾਂਗੇ ਸਾਡਾ ਆਨਸਰ ਆ ਜਿਹੜਾ ਉਹ ਕੀ ਆ ਰਿਹਾ। ਇਹ ਸੀਗਾ ਬੱਚੇ ਲਿਮਿਟ ਦੀ ਅਗਲੀ ਕਹਿ ਲਓ ਟਾਈਪ, ਕਹਿ ਲਓ ਸਮ, ਕਹਿ ਲਓ ਇਸ ਫਾਰਮ ਦਾ ਜਦੋਂ ਸਾਡੇ ਕੋਲ ਹੋਵੇ। ਉਸ ਤੋਂ ਬਾਅਦ ਬੱਚੇ ਅੱਗੇ ਕਰਨਾ ਹੁਣ ਲਿਮਿਟ ਡਜ਼ ਨਾਟ ਐਗਜ਼ਿਸਟ ਦਾ ਕੰਸੈਪਟ। ਕਹਿੰਦੇ ਲਿਮਿਟ ਕਦੋਂ ਐਗਜ਼ਿਸਟ ਨਹੀਂ ਕਰਦੇ। ਵੇਟ, ਹੁਣ ਦੇਖੋ ਜਦੋਂ ਸਾਡੇ ਕੋਲ ਇਹੋ ਜਿਹਾ ਲਿਮਿਟ ਡਜ਼ ਨਾਟ ਐਗਜ਼ਿਸਟ ਦਾ ਕੰਸੈਪਟ ਆ ਜਾਂਦਾ ਬੱਚੇ, ਉੱਥੇ ਵੀ ਇਹ ਕਹਿ ਸਕਦੇ ਹਾਂ, ਹਿੰਟ ਜਿਹਾ ਦੇ ਦਿੰਦੇ ਕਿ ਕਿੱਥੇ ਸਾਡੇ ਕੋਲ ਇਹੋ ਜਿਹੀ ਪ੍ਰੋਬਲਮ ਹੁੰਦੀ ਆ। ਜਾਂ ਤਾਂ ਬੱਚੇ ਜਦੋਂ ਐਕਸਪੋਨੈਂਸ਼ੀਅਲ ਪਾਵਰ ਦੇ ਵਿੱਚ ਕੁਛ ਦਿੱਤਾ ਹੋਵੇ, ਈ ਦੀ ਪਾਵਰ ਦੀ ਫਾਰਮ ਦੇ ਵਿੱਚ ਦਿੱਤਾ ਹੋਵੇ, ਜਾਂ ਸਾਈਨ ਦੀ ਫਾਰਮ ਦੇ ਵਿੱਚ ਹੋਵੇ, ਜਾਂ ਫਿਰ ਬੱਚੇ ਸਾਡੇ ਕੋਲ ਮੋਸਟ ਆਫ ਦਾ ਮੋਡ ਦੇ ਵਿੱਚ ਕੋਈ ਟਰਮ ਹੋਵੇ ਨਾ, ਮੋਡ ਦੇ ਵਿੱਚ, ਉਦੋਂ ਹੀ ਸਾਡੇ ਕੋਲ ਲਿਮਿਟ ਡਜ਼ ਨਾਟ ਐਗਜ਼ਿਸਟ ਦਾ ਕੰਸੈਪਟ ਆ ਜਿਹੜਾ ਉਹ ਆ ਜਾਂਦਾ। ਕਿਉਂਕਿ ਮੋਡ ਕੀ ਹੁੰਦਾ ਬੱਚੇ, ਮੋਡ ਦਾ ਮਤਲਬ ਹੁੰਦਾ ਨੈਗੇਟਿਵ ਪੋਜ਼ੀਟਿਵ। ਜੇ ਇਹਦੇ ਵਿੱਚ ਕੋਈ ਨੈਗੇਟਿਵ ਵੈਲਿਊ ਵੀ ਆਉਂਦੀ ਹੈ ਤਾਂ ਵੀ ਇਹ ਪੋਜ਼ੀਟਿਵ ਕਰ ਦਿੰਦਾ। ਜੇ ਤੁਸੀਂ -1 ਵੀ ਪਾਓਗੇ ਆਨਸਰ 1 ਆਊਗਾ, ਜੇ ਤੁਸੀਂ ਇਹਦੇ ਵਿੱਚ +1 ਵੀ ਪਾਓਗੇ ਤਾਂ ਆਨਸਰ ਫਿਰ ਵੀ 1 ਆਏਗਾ। ਸੋ ਜਿਹੜੀ ਇਹ ਮਾਈਨਸ ਨੂੰ ਵੀ ਪੋਜ਼ੀਟਿਵ ਕਰ ਦਿੰਦਾ ਇਹ। ਪਰ ਜਦੋਂ ਅਸੀਂ ਇਹਦੀ ਡੈਫੀਨੇਸ਼ਨ ਲਿਖਦੇ ਹਾਂ ਬੱਚੇ, ਕਹਿੰਦੇ ਮੋਡ ਆਫ ਐਕਸ ਦਾ ਮਤਲਬ ਕੀ ਹੁੰਦਾ, ਅਸੀਂ ਇਹਨੂੰ ਐਵੇਂ ਲਿਖਦੇ ਹਾਂ, ਕਹਿੰਦੇ ਐਕਸ ਹੋਊਗਾ -x ਹੋਊਗਾ ਜੇਕਰ ਐਕਸ ਦੀ ਵੈਲਿਊ 0 ਤੋਂ ਲੈਸ ਹੋਏਗੀ, ਪੋਜ਼ੀਟਿਵ ਐਕਸ ਹੋਏਗਾ ਜਦੋਂ ਐਕਸ ਦੀ ਵੈਲਿਊ ਕੀ ਹੋਏਗੀ 0 ਤੋਂ ਗ੍ਰੇਟਰ ਹੋਏਗੀ ਜਾਂ 0 ਦੇ ਇਕੁਅਲ ਹੋਏਗੀ। ਸੇਮ ਬੱਚੇ ਇਹ ਕਹਿੰਦੇ ਇਹ ਡੈਫੀਨੇਸ਼ਨ ਦੇ ਕਰਕੇ ਸਾਨੂੰ ਇਹਦੀਆਂ ਜਿਹੜੀਆਂ 2 ਆਨਸਰ ਮਿਲ ਜਾਂਦੇ ਨੇ, ਇੱਕ ਤਾਂ ਨੈਗੇਟਿਵ ਫਾਰਮ ਦੇ ਵਿੱਚ, ਇੱਕ ਸਾਨੂੰ ਇਹਦਾ ਪੋਜ਼ੀਟਿਵ ਫਾਰਮ ਦੇ ਵਿੱਚ ਆਨਸਰ ਮਿਲ ਜਾਂਦਾ। ਇਸ ਕਰਕੇ ਸਾਨੂੰ ਇੱਥੇ ਜਿਹੜੀ ਬੱਚੇ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਆ ਉਹਦਾ ਕੰਸੈਪਟ ਆ ਜਿਹੜਾ ਦੇਖਣਾ ਪੈਂਦਾ। ਦੇਖੋ ਅੱਜ ਮੈਂ ਸਿਰਫ ਤੁਹਾਨੂੰ ਇਹ ਦੱਸ ਦਿੰਦੀ ਹਾਂ ਕਿ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਕੀ ਹੁੰਦੀ ਆ। ਐਗਜ਼ਾਮਪਲ ਇਹਦੀ ਆਪਾਂ ਫਿਰ ਡਿਸਕਸ ਕਰਾਂਗੇ। ਦੇਖੋ ਬੱਚੇ ਲਿਮਿਟ ਕੀ ਸੀ, ਅਸੀਂ ਤਾਂ ਸਿੱਧੀਆਂ ਐਗਜ਼ਾਮਪਲ ਸਟਾਰਟ ਕੀਤੀਆਂ ਨੇ, ਬਟ ਜੇ ਅਸੀਂ ਲਿਮਿਟ ਦਾ ਕੰਸੈਪਟ ਸਮਝਣਾ ਚਾਹੀਏ, ਅਸੀਂ ਰਿਕਟੈਂਗੂਲਰ ਐਕਸਿਸ ਕੀਤਾ, ਮਤਲਬ ਗ੍ਰਾਫ ਕੀਤਾ। ਤੁਸੀਂ ਗ੍ਰਾਫ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਬੱਚੇ, ਇੱਕ ਆ ਵਾਈ ਐਕਸਿਸ ਹੁੰਦੀ ਆ, ਇੱਕ ਸਾਡੇ ਕੋਲ ਐਕਸ ਐਕਸਿਸ ਹੁੰਦੀ ਆ। ਆ ਐਕਸ ਐਕਸਿਸ, ਆ ਸਾਡੇ ਕੋਲ ਵਾਈ ਐਕਸਿਸ। ਐਕਸ ਐਕਸਿਸ ਦੇ ਵਿੱਚੋਂ ਜਦੋਂ ਅਸੀਂ ਫੰਕਸ਼ਨ ਦੀ ਫਾਰਮ ਦੇ ਵਿੱਚ ਪੜ੍ਹਦੇ ਹਾਂ ਤਾਂ ਫੰਕਸ਼ਨ 'ਚ ਅਸੀਂ ਇਹ ਪੜ੍ਹਦੇ ਹਾਂ ਕਿ ਵਾਈ ਕਿਹਦੇ ਇਕੁਅਲ ਆ, ਸਮ ਆਫ ਐਫ ਆਫ ਐਕਸ ਦੇ ਇਕੁਅਲ ਆ। ਅਤੇ ਐਫ ਐਕਸ ਸਾਡੇ ਕੋਲ ਕੀ ਹੈ, ਜਿਵੇਂ ਜਿਵੇਂ ਅਸੀਂ ਐਕਸ ਦੀ ਵੈਲਿਊ ਆ ਜਿਹੜੀ ਉਹ ਸਬਸਟੀਟਿਊਟ ਕਰਦੇ ਹਾਂ, ਜਿਵੇਂ ਜਿਵੇਂ ਐਕਸ ਦੀ ਵੈਲਿਊ ਸਬਸਟੀਟਿਊਟ ਕਰਦੇ ਹਾਂ ਤਾਂ ਸਾਨੂੰ ਵਾਈ ਦੀ ਵੈਲਿਊ ਜਿਹੜੀ ਉਹ ਮਿਲ ਜਾਂਦੀ ਆ। ਜਿਵੇਂ ਵਿੱਚ ਸਾਨੂੰ ਫੰਕਸ਼ਨ ਐਫ ਐਕਸ ਦੇਤਾ x + 1, ਜਿਵੇਂ ਜਿਵੇਂ ਐਕਸ ਦੀ ਵੈਲਿਊ ਵੇਰੀ ਕਰੀ ਜਾਊਗੀ ਉਵੇਂ ਉਵੇਂ ਸਾਨੂੰ ਵਾਈ ਦੀ ਨਿਊ ਵੈਲਿਊ ਆ ਜਿਹੜੀ ਉਹ ਮਿਲੀ ਜਾਣੀ ਆ। ਸੋ ਵਾਈ ਦੀ ਵੈਲਿਊ ਕਿਤੇ ਡਿਪੈਂਡ ਹੋਊਗੀ, ਐਕਸ 'ਤੇ ਡਿਪੈਂਡ ਹੋਊਗੀ। ਦੇਖੋ ਬੱਚੇ ਆਹ ਸਾਡੀ ਐਕਸ ਐਕਸਿਸ ਲਾਈਨ ਆ ਵਾਈ ਐਕਸਿਸ ਮਤਲਬ ਐਫ ਆਫ ਐਕਸਿਸ। ਜਿਵੇਂ ਹੁਣ ਤੁਸੀਂ ਕੀ ਮੰਨ ਰਹੇ ਹੋ, ਐਕਸ ਦੀ ਵੈਲਿਊ ਬੱਚੇ ਮੰਨ ਲਓ ਤੁਸੀਂ ਕਿਸੇ 1 ਪੁਆਇੰਟ ਦੇ ਨੀਅਰ ਭਰ ਰਹੇ ਹੋ। ਜਿਵੇਂ ਹੁਣ ਇਹ 'ਚ ਅਪਰੋਚ ਕਰਨ ਦਾ ਮਤਲਬ ਜਿਹੜਾ 1 ਨੂੰ ਅਪਰੋਚ ਆ ਨਾ, ਇਹਦਾ ਮਤਲਬ ਹੁੰਦਾ ਤੁਸੀਂ 1 ਦੇ ਬਹੁਤ ਨੇੜੇ ਜਾ ਰਹੇ ਹੋ, 1 ਦੇ ਨੇਬਰਹੁੱਡ ਦੇ ਵਿੱਚ ਜਾ ਰਹੇ ਹੋ। ਬੱਚੇ ਅਪਰੋਚ ਕਰਨ ਦਾ ਮੀਨਿੰਗ ਹੀ ਇਹ ਹੁੰਦਾ ਕਿਸੇ ਟਰਮ ਦੇ ਨੇੜੇ ਜਾਣਾ।
ਜਿਵੇਂ ਮੈਂ ਕਹਾਂ ਤੁਸੀਂ ਆਪਣੇ ਘਰ ਦੇ ਵੱਲ, ਘਰ ਨੂੰ ਅਪਰੋਚ ਕਰ ਰਹੇ ਹੋ, ਘਰ ਦੇ ਵੱਲ ਨੂੰ ਪਹੁੰਚ ਕਰ ਰਹੇ ਹੋ, ਤੇ ਇਹਦਾ ਮਤਲਬ ਇਹ ਹੋਏਗਾ ਕਿ ਤੁਸੀਂ ਆਪਣੇ ਜਿਹੜਾ ਰਸਤਾ ਉਹਦੇ ਜਾ ਰਹੇ ਹੋ, ਆਪਦੇ ਘਰ ਦੇ ਰਸਤੇ 'ਤੇ ਤੁਰੇ ਜਾ ਰਹੇ ਹੋ ਕਿ ਹਾਂਜੀ ਅਸੀਂ ਉੱਥੇ ਪਹੁੰਚਣਾ। ਤਾਂ ਇਹੀ ਕੰਮ ਇਹ ਹੈ ਬੱਚੇ ਕਿ ਇਹ ਐਕਸ ਅਪਰੋਚਿਸ ਟੂ 1 ਦਾ ਮਤਲਬ ਕੀ ਹੈ ਕਿ ਐਕਸ 1 ਦੇ ਵੱਲ ਨੂੰ ਜਾ ਰਹੀ ਹੈ। ਮੰਨ ਲਓ ਐਕਸ 1 ਉਰੇ ਪਿਆ, ਐਕਸ ਦੀ ਵੈਲਿਊ ਕੀ ਆ, ਇਹਦੇ ਨੇੜੇ 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 ਹੋਰ ਹੁੰਦੀ ਜਾ ਰਹੀ ਹੈ, ਚਾਹੇ ਉਹ ਇੱਧਰਲੀ ਸਾਈਡ ਤੋਂ ਆਵੇ ਰਾਈਟ ਹੈਂਡ ਸਾਈਡ ਤੋਂ, ਚਾਹੇ ਲੈਫਟ ਹੈਂਡ ਸਾਈਡ ਤੋਂ। ਦਾ ਟਾਰਗੇਟ ਕੀ ਆ, 1 ਦੇ ਨੇੜੇ ਜਾਣਾ। ਅਪਰੋਚ ਦਾ ਮਤਲਬ ਇਹੀ ਹੋਇਆ ਐਕਸ ਅਪਰੋਚਿਸ ਟੂ 1। ਕਹਿੰਦੇ ਇਹਦਾ ਮਤਲਬ ਕੀ ਹੈ ਬੱਚੇ ਲਿਮਿਟ ਦਾ, ਕਹਿੰਦੇ ਐਕਸ ਅਪਰੋਚ ਟੂ 1, ਜਦੋਂ ਅਸੀਂ 1 ਨਹੀਂ ਕੋਈ ਵੀ ਕਿਸੇ ਨੰਬਰ ਨੂੰ ਜਦੋਂ ਅਸੀਂ ਅਪਰੋਚ ਕਰਾ ਦਿੰਦੇ ਹਾਂ ਐਕਸ ਇੱਥੇ, ਕਹਿੰਦੇ ਜਿਵੇਂ ਜਿਵੇਂ ਅਸੀਂ 1 ਦੀ ਨੇਬਰਹੁੱਡ 'ਚੋਂ ਕੋਈ ਵੈਲਿਊਜ਼ ਚੱਕਦੇ ਹਾਂ, ਮੰਨ ਲਓ ਬੱਚੇ ਤੁਸੀਂ 0.9 ਚੱਕਿਆ, 0.8 ਚੱਕਿਆ, 1.8 ਚੱਕਿਆ, 1.2 ਚੱਕਿਆ, ਤਾਂ ਹੁਣ ਜਦੋਂ ਆ ਫੰਕਸ਼ਨ 'ਚ ਪੁੱਟ ਕਰੋਗੇ ਤਾਂ ਕੁਛ ਵੈਲਿਊਜ਼ ਆਉਣਗੀਆਂ। ਹੁਣ ਉਹ ਵੈਲਿਊਜ਼ ਦੇ ਆਨਸਰ ਬੱਚੇ ਕਿਸ ਪੁਆਇੰਟ ਦੇ ਨੇੜੇ ਆ ਰਹੇ ਨੇ। ਮੰਨ ਲਓ ਤੁਸੀਂ ਇੱਥੇ ਨੇਬਰਹੁੱਡ 'ਚੋਂ ਭਰ ਰਹੇ ਸੀ ਤਾਂ ਫੰਕਸ਼ਨ ਇੱਥੇ ਕਿਤੇ ਦੀਆਂ ਵੈਲਿਊਜ਼ ਦੇ ਰਿਹਾ ਸੀ, ਆਨਸਰ ਇੱਥੇ ਮਿਲ ਰਿਹਾ ਸੀ, ਅਸੀਂ ਉਹਨੂੰ ਗ੍ਰਾਫ 'ਤੇ ਪਲਾਟ ਕਰਤਾ। ਤਾਂ ਹੁਣ ਜਿਹੜੀਆਂ ਆਨਸਰ ਸਾਨੂੰ ਮਿਲੇ ਨੇ ਇਹ ਸਾਰੇ ਆਨਸਰ ਕਿਹਦੇ ਨੇੜੇ ਪੈ ਨੇ, ਇਹ ਕਿਹਨੂੰ ਅਪਰੋਚ ਕਰ ਰਹੇ ਸੀ। ਜਿਸ ਟਰਮ ਨੂੰ ਅਪਰੋਚ ਕਰਦੇ ਹੁੰਦੇ ਨੇ ਉਹੀ ਸਾਡੀ ਲਿਮਿਟ ਆਫ ਦੀ ਫੰਕਸ਼ਨ ਹੁੰਦੀ ਆ। ਜਿਵੇਂ ਮੰਨ ਲਓ ਅਸੀਂ ਐਕਸ ਅਪਰੋਚ ਕੀਤਾ 1 ਨੂੰ, ਤਾਂ ਫੰਕਸ਼ਨ ਵੀ ਕਿਹਨੂੰ ਅਪਰੋਚ ਕਰ ਗਿਆ, 1 ਨੂੰ। ਜਾਂ ਬੱਚੇ ਇੱਥੇ ਭਰੋਗੇ 1 + 1 ਕਿੰਨਾ ਆ ਜਾਊਗਾ, 2। ਤਾਂ ਇਸਦਾ ਮਤਲਬ ਸਾਡੇ ਕੋਲ ਅਪਰੋਚ ਕਿਹਨੂੰ ਕਰੇਗਾ, ਉਹ 2 ਨੂੰ ਕਰੇਗਾ। ਇਸਦਾ ਮਤਲਬ ਫੰਕਸ਼ਨ ਦੀ ਲਿਮਿਟ ਕੀ ਹੋਗੀ, 2 ਹੋਗੀ। ਕਦੋਂ, ਜਦੋਂ ਐਕਸ ਕਿਹਨੂੰ ਅਪਰੋਚ ਕਰ ਰਿਹਾ ਸੀਗਾ, 1 ਨੂੰ। ਇਹੀ ਮਤਲਬ ਹੁੰਦਾ ਬੱਚੇ ਕਿਸੇ ਪੁਆਇੰਟ ਦੀ ਨੇਬਰਹੁੱਡ ਦੇ ਵਿੱਚੋਂ ਛੋਟੇ ਤੋਂ ਛੋਟਾ ਪੁਆਇੰਟ ਵੀ ਭਰਨ ਤੋਂ ਬਾਅਦ ਸਾਨੂੰ ਫੰਕਸ਼ਨ ਕਿਸ ਤਰ੍ਹਾਂ ਦਾ ਆਨਸਰ ਦੇ ਰਿਹਾ, ਕਿਸ ਤਰ੍ਹਾਂ ਦਾ ਉਹਦਾ ਬਿਹੇਵੀਅਰ ਹੈ। ਇਹ ਸੀਗਾ ਸਾਡਾ ਲਿਮਿਟ ਦਾ ਕੰਸੈਪਟ। ਹੁਣ ਦੇਖੋ ਇਹਦੇ ਵਿੱਚ ਅਸੀਂ ਕਿਹਾ, ਕਹਿੰਦੇ ਜਿਹੜਾ ਆਪਣਾ ਨੰਬਰ ਆ ਜਾਂ ਜੋ ਵੀ ਐਕਸ ਆ ਉਹ ਰਾਈਟ ਹੈਂਡ ਸਾਈਡ ਤੋਂ ਵੀ ਆ ਸਕਦੀ ਆ, ਉਹ ਲੈਫਟ ਹੈਂਡ ਸਾਈਡ ਤੋਂ ਵੀ ਆ ਸਕਦੀ ਆ। ਜੇਕਰ ਬੱਚੇ ਉਹ ਰਾਈਟ ਹੈਂਡ ਸਾਈਡ ਤੋਂ ਆ ਰਹੀ ਆ, ਮਤਲਬ ਅਸੀਂ ਰਾਈਟ ਹੈਂਡ ਸਾਈਡ ਦੀਆਂ ਹੀ ਸਾਰੀਆਂ ਵੈਲਿਊਜ਼ ਦੇਖ ਰਹੇ ਹਾਂ, 1 ਤੋਂ ਵੱਡੀਆਂ 1.2 1.3 1.4 1.5, ਬਸ ਬਹੁਤ ਛੋਟੀ ਨੇਬਰਹੁੱਡ ਦੇ ਵਿੱਚ ਦੇਖਣਾ, ਨੇੜੇ ਨੇੜੇ ਜਾਣਾ। ਇਹ ਨਹੀਂ ਭਰਨਾ ਕਿ 2 3 4 ਨਹੀਂ, ਅਸੀਂ 1 ਦੀ ਨੇਬਰਹੁੱਡ 'ਚ ਰਹਿਣਾ, ਜਿੰਨੀ ਨੇੜੇ ਹੋ ਸਕੇ ਉਨਾ ਨੇੜੇ ਅਸੀਂ ਉਹਦੇ ਵਿੱਚ ਨੰਬਰ ਭਰਨਾ। ਕਹਿੰਦੇ ਜਦੋਂ ਅਸੀਂ ਇਹਦੀ 1 ਦੀ ਰਾਈਟ ਹੈਂਡ ਸਾਈਡ ਦੇ ਵਿੱਚੋਂ ਨੰਬਰ ਭਰਿਆ ਤਾਂ ਉਸ ਟਾਈਮ ਸਾਨੂੰ ਫੰਕਸ਼ਨ ਕਿਹਦੇ ਕੋਲ ਆਨਸਰ ਦੇ ਰਿਹਾ ਸੀ ਜਾਂ ਫੰਕਸ਼ਨ ਦੀਆਂ ਵੈਲਿਊਜ਼ ਕਿੱਧਰ ਨੂੰ ਆ ਰਹੀਆਂ ਸੀ, ਉਹ ਹੋ ਗਈ ਉਹਦੀ ਰਾਈਟ ਹੈਂਡ ਸਾਈਡ ਲਿਮਿਟ। ਜਦੋਂ ਅਸੀਂ 1 ਤੋਂ ਛੋਟੇ ਨੰਬਰ ਭਰ ਕੇ ਦੇਖੇ, ਮਤਲਬ ਬੱਚੇ 0.9 0.8 0.7 0.99 0.11 ਕੋਈ ਵੀ ਇਹੋ ਜਿਹਾ ਨੰਬਰ ਭਰਿਆ ਜੋ 1 ਦੀ ਲੈਫਟ ਹੈਂਡ ਸਾਈਡ ਤੋਂ ਸੀ, ਤਾਂ ਉਸ ਸਮੇਂ ਫੰਕਸ਼ਨ ਦੇ ਕੀ ਆਨਸਰ ਆ ਰਿਹਾ ਸੀ, ਉਦੋਂ ਫੰਕਸ਼ਨ ਕਿੱਥੇ ਅਪਰੋਚ ਕਰ ਰਿਹਾ ਸੀਗਾ, ਉਹ ਹੋ ਗਈ ਲੈਫਟ ਹੈਂਡ ਲਿਮਿਟ, ਲੈਫਟ ਹੈਂਡ ਲਿਮਿਟ। ਜੇਕਰ ਬੱਚੇ ਰਾਈਟ ਹੈਂਡ ਲਿਮਿਟ ਤੇ ਲੈਫਟ ਹੈਂਡ ਲਿਮਿਟ ਦੋਨੋਂ ਸੇਮ ਹੁੰਦੀਆਂ ਨੇ, ਮਤਲਬ ਇਹ ਵੀ ਇਹਦਾ ਆਨਸਰ ਵੀ 2 ਆ ਜਾਂਦਾ ਤੇ ਇੱਧਰੋਂ ਭਰਨ ਤੋਂ ਬਾਅਦ ਵੀ ਆਨਸਰ 2 ਆ ਜਾਂਦਾ, ਤਿੰਨਾਂ ਦਾ ਆਨਸਰ ਬੱਚੇ ਸਿੰਪਲੀ ਅਸੀਂ ਨੇ ਸਿੱਧਾ ਲਿਮਿਟ ਭਰਿਆ ਉਦੋਂ ਆਨਸਰ, ਜਦੋਂ ਦੀ ਲੈਫਟ ਹੈਂਡ ਸਾਈਡ ਦੇਖੀ ਉਦੋਂ ਆਨਸਰ, ਜਦੋਂ ਦੀ ਰਾਈਟ ਹੈਂਡ ਸਾਈਡ ਲਿਮਿਟ ਦੇਖੀ ਉਦੋਂ ਆਨਸਰ। ਉਦੋਂ ਤਿੰਨਾਂ ਦਾ ਆਨਸਰ ਜੇਕਰ ਸੇਮ ਆ ਜਾਵੇ ਤਾਂ ਹੀ ਅਸੀਂ ਕੀ ਕਹਿੰਦੇ ਹੁੰਦੇ ਹਾਂ, ਕਿਸੇ ਫੰਕਸ਼ਨ ਦੀ ਲਿਮਿਟ ਕੀ ਕਰ ਰਹੀ ਆ, ਐਗਜ਼ਿਸਟ ਕਰ ਰਹੀ ਆ। ਹੁਣ ਤੁਹਾਡਾ ਕੁਐਸਚਨ ਆਏਗਾ ਕਿ ਫਿਰ ਲੈਫਟ ਹੈਂਡ ਲਿਮਿਟ ਕਿਵੇਂ ਕੱਢਣੀ ਆ, ਰਾਈਟ ਹੈਂਡ ਲਿਮਿਟ ਕਿਵੇਂ ਕੱਢਣੀ ਆ, ਅਪ ਟੂ ਸੋ ਔਨ। ਹੁਣ ਇਹ ਬੱਚੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਕਿਸੇ ਸਮ ਦੇ ਵਿੱਚ, ਕਿਸੇ ਫੰਕਸ਼ਨ ਦੇ ਵਿੱਚ ਲੈਫਟ ਹੈਂਡ ਲਿਮਿਟ, ਰਾਈਟ ਹੈਂਡ ਲਿਮਿਟ ਫਾਈਂਡ ਆਊਟ ਕਰਦੇ ਹਾਂ, ਫਿਰ ਉਹਨਾਂ ਨੂੰ ਕੰਪੈਰੀਜ਼ਨ ਕਰਦੇ ਹਾਂ ਕਦੋਂ ਸਾਡੇ ਕੋਲ ਲਿਮਿਟ ਆ ਜਿਹੜੀ ਐਗਜ਼ਿਸਟ ਕਰਦੀ ਆ ਜਾਂ ਕਰ ਨਹੀਂ ਕਰਦੀ। ਥੈਂਕ ਯੂ ਫॉर ਵਾਚਿੰਗ।